राग सूही महला पहला कुचजी। एक ओंकार सतगुर प्रसाद। मंज कुचजी अमावन डोसड़े, हाँ क्यों शहो रावण जाऊं जियो। मंज कुचजी अमावन डोसड़े, हाँ क्यों शहो रावण जाऊं जियो। एक दूं एक चढ़ंदियां, कौन जाने मेरा नाम जियो। जिन्ही सखी शहोरावेया, से अंबी छावड़िए जियो। से गुण मंज न आवनी, हाँ कै जी दोष धरियों जियो। क्या गुण तेरे विथरा, हाँ क्या क्या किन्ना तेरा नाम जियो। इकत टोल ना अंबड़ा, हाँ सदगुर बाणै तेरे जाऊं जियो। सोयना रूपा रंगूला, मोती तैं माणिक जियो। से वस्तु शहद तियां, मैं तिन स्यों लाया चित जियो। मंदर मिट्टी संदड़े, पत्थर की तेरास जियो। होनी टोली भुलियस, तिस कंत न बैठी पास जियो। अंबर कूंजा कुरलियां, बग बहीठे आए जियो। सातन चली साहुरे, क्या मुँह देसी अगे जाए जियो। सुती सुती चाल थिया, पुली वाटड़ी आस जियो। तैं शह नालों मुतियस, दुखा को धरियास जियो। तुद गुण मैं सब अवगणा, एक नानक की अरदास जियो। सब राती सुहागणी, मैं डोहागण काई रात जियो। तुद गुण मैं सब अवगणा, इक नानक की अरदास जियो। सब राती सुहागणी, मैं डोहागण काई रात जियो। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी, गुरु पातशाह जी दी अजीम अपार बख्शिश। शाम समय सत्संगत का समा सानू प्राप्त है। इस समय विच असीं गुरबाणी गुरु शब्द व्याख्या इस नाल सांझ पाउने आ। इस गोचरे सूही राग चल रहा है। सूही राग विच रचना कुचजी, इस सिरनावे हेठ जो शब्द है वो सानू मुयसर आ। इस पावन बचन की विवेचना एक्सप्लोरेशन बीते कल असीं स्टार्ट की सी, प्रारंभता हुई सी। अज असीं इसनूं अगे तोर के लैके जावांगे। जिवें बड़े विस्तार विच इन्हें
very detailed way, we have discussed this Bani's title and as well as some basic stuff to understand this Shabad. ਖਾਸ ਕਰਕੇ ਜਿਹੜੀ ਲੈਂਗੁਇਸਟਿਕ ਸਾਈਡ ਹੈ, ਭਾਸ਼ਾਈ ਪੱਖ ਹੈ ਸ਼ਬਦ ਦੀ, ਕਿਉਂਕਿ ਸਰਗੋਦੀ ਬੋਲੀ ਦਾ ਇਹਦੇ 'ਚ ਰੰਗ ਹੈ ਬਹੁਤ ਮਿੱਠਾ ਅਤੇ ਬੜਾ ਪਰਸਨਲ ਟੱਚ ਦੇ ਕੇ ਬੜੇ ਇਮੋਸ਼ਨਸ ਦੇ ਨਾਲ ਪਲੇ ਕਰਦਿਆਂ ਹੋਇਆਂ ਸਾਰਾ ਸ਼ਬਦ ਗੁਰੂ ਬਾਬਾ ਜੀ ਨੇ ਸਾਨੂੰ ਸਮਝਾਇਆ। ਬੀਇੰਗ ਏ ਹਿਊਮਨ ਜੇ ਅਸੀਂ ਦੇਖੀਏ ਤਾਂ ਸਾਨੂੰ ਜਿਹੜੀ ਫੋਰਸ ਚਲਾਉਂਦੀ ਹੈ, ਯੂ ਨੋ ਵੀ ਈਟ food, and with the help of food we have energy, we have movements, everything. But oxygen, food or water, that is not only actually our need. As a human, our essential need is emotional drive. ਜਿੱਧਰ ਵੀ ਜਾਣਾ ਹੈ ਤੁਹਾਨੂੰ ਇਮੋਸ਼ਨਲ ਡਰਾਈਵ ਕਰਕੇ ਲੈ ਕੇ ਜਾਂਦੇ ਨੇ। ਅਦਰਵਾਈਜ਼ ਲੋਕ ਜਿਹੜੇ ਨੇ ਐਕਚੁਅਲੀ ਲੇਜ਼ੀ ਹੋ ਜਾਂਦੇ, ਲੋਕ ਜੀਵਨ ਦੇ ਵਿੱਚ ਬੜੇ ਨਾਪੱਖੀ ਹੋ ਜਾਂਦੇ, ਜੀਵਨ ਦੇ ਕਈ ਵਾਰੀ ਪੱਖਾਂ ਤੋਂ ਹਰ ਵੀ ਜਾਂਦੇ। ਪਰ ਜੋ ਰੂਹਾਨੀ ਤੌਰ 'ਤੇ ਜਿਹਨੂੰ ਅਸੀਂ ਸਪਿਰਿਟ ਕਹਿੰਦੇ ਹਾਂ, ਬੰਦੇ ਦੀ ਸਪਿਰਿਟ ਜਿੰਨੀ ਪੋਜ਼ੀਟਿਵ ਹੈ, ਜਿੰਨੀ ਬੰਦਾ ਸਪਿਰਿਟ ਦੇ ਨੇੜੇ ਹੈ, ਉਹਦੇ ਵਿੱਚੋਂ ਹੀ ਜੀਵਨ ਦਾ ਅਸਲ ਯਾਪਨ ਨਿਕਲਦਾ ਹੈ। ਗੁਰੂ ਸਾਹਿਬ ਨੇ ਇਸ ਪਾਵਨ ਸ਼ਬਦ ਦੇ ਵਿੱਚ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਦਾ ਇੱਕ ਮੈਟਾਫੋਰ ਬਣਾਇਆ। ਤੇ ਉਸ ਮੈਟਾਫੋਰ ਦੇ ਵਿੱਚ ਗੁਰੂ ਮਹਾਰਾਜ ਨੇ ਸਾਨੂੰ ਸੰਸਾਰੀ ਲੋਕਾਂ ਨੂੰ ਬੜੀ ਇੱਕ ਲਾਜ਼ਮੀ ਸਿੱਖਿਆ ਜਿਹਦੇ 'ਚ ਹੈਗਾ ਕਿ ਮਟੀਰੀਅਲਿਸਟਿਕ ਵਰਲਡ ਆ, ਪਦਾਰਥ ਨਾਲ ਸਾਡਾ ਸਿੱਧਾ ਵਾਸਤਾ ਆ। ਐਂਡ ਵੈਨ ਵੀ ਆਰ ਸੇਇੰਗ ਮਟੀਰੀਅਲ, ਦਿਸ ਬੋਡੀ ਇਟਸੈਲਫ ਇਜ਼ ਮਟੀਰੀਅਲ। ਇੱਥੋਂ ਸ਼ੁਰੂ ਹੋ ਜਾਂਦਾ ਹੈ, ਇਹਦੇ ਨਾਲ ਹਰ ਚੀਜ਼ ਜੁੜਨ ਵਾਲੀ ਮਟੀਰੀਅਲ ਆ। ਪਰ ਇਹ ਸਾਰਾ ਮਟੀਰੀਅਲ, ਇਹਦੇ 'ਚ ਐਨਰਜੀ ਵੀ ਹੈ, ਇਹਦੇ 'ਚ ਸਪਿਰਿਟ ਵੀ ਹੈ, ਇਹਦੇ 'ਚ ਸਮਰੱਥਾ ਵੀ ਹੈ। ਪੀਤਾ ਹੋਇਆ ਪਾਣੀ ਜੀਵਨ 'ਚ ਕਨਵਰਟ ਹੁੰਦਾ, ਖਾਧਾ ਹੋਇਆ ਫੂਡ ਜੀਵਨ 'ਚ ਕਨਵਰਟ ਹੁੰਦਾ ਆ। ਜਿਹੜੀਆਂ ਵਸਤਾਂ ਰਸਤਾਂ ਪਦਾਰਥ ਨੇ, ਇਹ ਸਿਰਫ ਪਦਾਰਥ ਨਹੀਂ ਹੈਗੇ, ਸਾਡੀ ਜੀਵਨ ਦੀ ਇੱਕ ਪੂਰੀ ਮਤਲਬ ਡਰਾਈਵਿੰਗ ਫੋਰਸ ਬਣ ਜਾਂਦੇ ਨੇ। ਬੰਦੇ ਨੂੰ, ਬੱਚੇ ਨੂੰ ਤੁਸੀਂ ਵਿਜ਼ਨ ਪਾ ਦਿਓ, ਓਕੇ ਯੂ ਹੈਵ ਐਬਿਲਿਟੀ, ਵਨ ਡੇ ਯੂਰ ਗੋਲ ਇਜ਼ ਟੂ ਬਿਕਮ ਏ ਡਾਕਟਰ, ਲਾਇਰ, ਐਨੀ ਕਾਇੰਡ ਆਫ ਪ੍ਰੋਫੈਸ਼ਨਲ। ਬੱਚਾ ਜਿਹੜਾ ਹੋ ਸਕਦਾ ਕਿਸੇ ਤਰੀਕੇ ਦੇ ਨਾਲ ਕਿਸੇ ਪਾਸੇ ਧਿਆਨ ਨਾ ਦਿੰਦਾ ਹੋਏ, ਐਸਾ ਫੋਕਸਡ ਹੋ ਜਾਏਗਾ ਕਿ ਇੱਕ ਵਾਰੀ ਉਹਨੂੰ ਉਹਦਾ ਦਿਸ ਗਿਆ ਵੀ ਦਿਸ ਇਜ਼ ਮਾਈ ਐਕਚੁਅਲੀ ਮਿਸ਼ਨ, ਐਂਬੀਸ਼ੀਅਸ ਹੋ ਗਿਆ ਉਸ ਲੈਵਲ 'ਤੇ, ਬਸ ਕਰ ਗੁਜ਼ਰਿਆ। ਅਤੇ ਉਹਦੇ ਡਾਕਟਰ ਬਣਨ ਦੇ ਨਾਲ ਉਸ ਨੂੰ ਤੁਸੀਂ ਕੋਈ ਸੁਪਨੇ ਦਿਖਾਏ ਹੋਣਗੇ, ਯੂ ਗੋਨਾ ਓਨ big mansions, you're gonna have actually very expensive cars, luxurious lifestyle, all these things drive ਕਰਦੀਆਂ ਉਹਨੂੰ। ਉਹ ਬਿਲਕੁਲ ਉਹਨੂੰ ਉਹੀ ਚੀਜ਼ਾਂ ਦਿਸਦੀਆਂ, ਉੱਧਰ ਨੂੰ ਤੁਰਿਆ ਲਗਾ ਜਾਂਦਾ ਇਸ ਤਰੀਕੇ ਨਾਲ। ਪਰ ਇਸ ਸਭ ਦੇ ਵਿੱਚ ਜਿਹੜਾ ਇਕੱਲਾ ਮਟੀਰੀਅਲਿਸਟਿਕ ਸਾਈਡ ਦੇ 'ਚ ਅਸੀਂ ਦੇਖਦੇ ਹੈਗੇ ਆ, ਬੀਇੰਗ ਏ ਹਿਊਮਨ, ਸਾਡੀ ਲੋੜ ਕੁਝ ਇਸ ਤੋਂ ਐਕਸਟਰਾ ਹੁੰਦੀ ਹੈ। ਜਿਹੜੀ ਐਕਸਟਰਾ ਲੋੜ ਆ ਉਹ ਹੈਗੀ ਏ ਬੰਦੇ ਨੂੰ ਸੋਝੀ ਹੋਏ ਜੀਵਨ ਦੀ, ਸੰਸਾਰ ਦੀ, ਆਪਣੇ ਆਪ ਦੀ, ਆਲੇ ਦੁਆਲੇ ਦੀ, ਜਿਹਦੇ 'ਚ ਉਹ ਅਵੇਅਰ ਹੋ ਜਾਏ ਕਿ ਓਕੇ ਮਟੀਰੀਅਲ ਪਦਾਰਥ ਵਸਤਾਂ ਰਸਤਾਂ ਦੇ ਹੈਵ ਸਮ ਕਾਈਂਡ ਆਫ ਵੈਲਿਊ, ਬਟ ਐਟ ਦ ਸੇਮ ਟਾਈਮ ਇਸ ਤੋਂ ਵੱਡੀ ਚੀਜ਼ ਵੀ ਕੋਈ ਹੈ। ਇਹਨੂੰ ਹੋਰ ਸਰਲ ਕਰ ਦੇ ਨਾਲ ਕਿ ਇਹਦੇ 'ਚ ਬੜਾ ਸ਼ਬਦ ਵੈਸੇ ਆਪਣੇ ਆਪ 'ਚ ਬਹੁਤ ਐਕਚੁਅਲੀ ਰਿਚ ਆ ਇਸ ਸਾਈਡ ਤੋਂ। ਸਪੋਜ਼ ਅੱਜ ਹੀ ਅਸੀਂ ਸਵੇਰੇ ਕੁਝ ਗੱਲ ਕਰ ਰਹੇ ਸੀਗੇ, ਤੁਸੀਂ ਫੈਮਿਲੀ ਮਾਡਲਸ ਦੇਖਦੇ ਹੋ। ਆਈ ਹੈਵ ਰੈਡ ਦੀਸ ਕਾਈਂਡ ਆਫ ਥਿੰਗਸ ਫਿਊ ਈਅਰਸ ਬੈਕ ਡਿਊਰਿੰਗ ਮਾਈ ਕਾਉਂਸਲਿੰਗ ਸਟੱਡੀਜ਼। ਬਾਈ ਚਾਂਸ ਅੱਜ ਕਿਤੇ ਉਹ ਚੀਜ਼ਾਂ ਫਲੈਸ਼ ਬੈਕ 'ਚ ਆ ਗਈਆਂ। ਫੈਮਿਲੀ ਮਾਡਲ ਐਵੇਂ ਦੇ ਹੁੰਦੇ ਨੇ। ਇੱਕ ਮਾਡਲ ਫੈਮਿਲੀ ਦਾ ਐਸਾ ਆ ਜਿਹਦੇ ਵਿੱਚ ਸਪੋਜ਼ ਦੇ ਆਰ ਇਮੀਗਰੈਂਟ ਫੈਮਿਲੀ, ਦੇ ਆਰ ਲਿਵਿੰਗ ਇਨ ਕੈਨੇਡਾ, ਅਤੇ ਉਹ ਬੱਚੇ ਨੂੰ ਦੁੱਧ ਪਾ ਕੇ ਦਿੰਦੇ ਨੇ ਪੀਣ ਵਾਸਤੇ। ਬੱਚਾ 2-3 ਜਿਹੜਾ ਉਹਦੇ ਸਿਪ ਲੈਂਦਾ ਅਤੇ ਆਫਟਰ ਦੈਟ ਕਹਿੰਦਾ ਨੋ ਮਾਈ ਟਮੀ ਹਰਟਸ, ਆਈ ਕੈਨ ਨੋਟ ਡਰਿੰਕ ਐਨੀ ਮੋਰ। ਪੇਰੈਂਟਸ ਉਹਨੂੰ ਸਮਝਾਉਂਦੇ ਨੇ ਨੋ, ਥਿੰਕ ਅਬਾਊਟ ਦੈਮ ਹੂ don't have any milk at all, they are starving, you had it, take it,
ਤੈਨੂੰ ਤੇ ਮਿਲਿਆ ਆ, ਤੂੰ ਤੈਨੂੰ ਲੈ ਕੇ ਬੈਠਾ, ਤੂੰ ਕਿਉਂ ਨਹੀਂ ਇਹਨੂੰ ਪੀ ਰਿਹਾ? ਇਹਦੇ ਨਾਲ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਪੀ ਇਹਨੂੰ, ਬਿਨਾਂ ਸ਼ੱਕ ਉਹ ਨਹੀਂ ਠੀਕ ਫੀਲ ਕਰਦਾ, ਬਟ ਯੂ ਹੈਵ ਟੂ ਟੇਕ ਇਟ ਬਿਕੋਜ਼ ਦੁੱਧ ਵੇਸਟ ਕਰਨਾ ਦੈਟਸ ਨਾਟ ਅ ਗੁੱਡ ਥਿੰਗ। ਇੱਕ ਮਾਡਲ ਆ, ਬੱਚੇ ਦਾ ਮਾਈਂਡ ਸੈੱਟ ਬਣਾ ਰਹੇ ਹਾਂ ਅਸੀਂ, ਚੀਜ਼ਾਂ ਵੇਸਟ ਨਹੀਂ ਕਰਨੀਆਂ, ਇਹਨਾਂ ਨੂੰ ਬਿਲਕੁਲ ਐਂਡ ਤੱਕ ਯੂਜ਼ ਕਰਨਾ ਹੈ ਸਾਰਾ ਕੁਝ ਉਸ ਰੂਪ ਦੇ ਵਿੱਚ। ਦੇਖੋ ਦੂਜਾ ਮਾਡਲ ਉਹ ਹੈ ਇਹੋ ਜੀ ਫੈਮਿਲੀ ਸਪੋਰਟਸ ਕਰੋ, ਸੈਕਿੰਡ ਜਨਰੇਸ਼ਨ ਇੱਥੇ ਪੜ੍ਹੀ ਤੇ ਥਰਡ ਜਨਰੇਸ਼ਨ ਆ ਗਈ। ਹੁਣ ਸੈਕਿੰਡ ਜਨਰੇਸ਼ਨ ਇੱਥੇ ਪੜ੍ਹੀ ਤੇ ਉਹਨਾਂ ਕਿਹਾ ਵੀ ਉਹ ਐਵਰੀਥਿੰਗ ਸਫੀਸ਼ੀਐਂਟ, ਮੋਰ ਦੈਨ ਐਨਫ, ਯੂ ਨੋ, ਵੀ ਡੋਂਟ ਹੈਵ ਟੂ ਵਰੀ ਅਬਾਊਟ ਇਟ। ਬੱਚੇ ਨੂੰ ਦੁੱਧ ਪਾ ਕੇ ਦਿੱਤਾ, ਉਹਨੇ 2 ਸਿਪ ਭਰੇ ਤੇ ਉਹ ਜੇ ਥੋੜ੍ਹਾ ਫੀਲ ਕਰ ਰਿਹਾ ਵੀ ਪੀਵਾਂ ਕਿ ਨਾ ਪੀਵਾਂ, ਥੋੜ੍ਹਾ ਹੈਸੀਟੇਟ ਕਰ ਰਿਹਾ, ਤੇ ਵਿੱਚ ਹੀ ਮੌਮ ਨੇ ਡੈਡ ਨੇ ਇੰਟਰਵੀਨ ਕਰਦੇ ਹੋਏ ਕਿਹਾ ਇਟਸ ਓਕੇ, ਇਫ ਯੂ ਡੋਂਟ ਵਾਂਟ ਟੂ ਡਰਿੰਕ ਇਟ, ਇਫ ਯੂ ਡੋਂਟ ਲਾਈਕ ਇਟ, ਥਰੋ ਇਟ, ਦੇਰ ਇਜ਼ ਨੋ ਨੀਡ, ਯੂਰ ਹੈਲਥ ਇਜ਼ ਵੇ ਇੰਪੋਰਟੈਂਟ ਦੈਨ ਦਿਸ ਮਿਲਕ। ਉਹਨੂੰ ਲੱਗਾ ਯਾ ਆਈ ਹੈਵ ਐਕਚੁਅਲੀ ਆਮ ਮੋਰ ਇੰਪੋਰਟੈਂਟ ਦੈਨ ਐਨੀ ਸਟਫ। ਹੁਣ ਇਹ ਸੈਕਿੰਡ ਅਪਰੋਚ ਆ ਗਈ, ਬੰਦਾ ਕੰਪੇਅਰ ਕਰੇ ਵਿਚ ਅਪਰੋਚ ਇਜ਼ ਗੁੱਡ, ਫਸਟ ਔਰ ਸੈਕਿੰਡ। ਬੜੇ ਐਕਚੁਅਲ ਲੈਵਲ ਤੇ ਬੰਦੇ ਦੇ ਬਿਹੇਵੀਅਰ ਨੂੰ, ਬੰਦੇ ਦੀ ਅਪਰੋਚ ਨੂੰ ਟੂਵਰਡ ਦਾ ਵਰਲਡ, ਟੂਵਰਡ ਦਾ ਐਕਚੁਅਲੀ ਹਿਮ ਔਰ ਹਰ ਸੈਲਫ, ਕਈ ਇਹਦੇ 'ਚ ਚੀਜ਼ਾਂ ਆਉਂਦੀਆਂ ਨੇ। ਜੇ ਆਪਾਂ ਸ਼ਬਦ ਨੂੰ ਵੀ, ਸ਼ਬਦਾਂ ਨੂੰ ਗੁਰਬਾਣੀ ਪੜ੍ਹੀਏ ਨਾ, ਗੁਰਬਾਣੀ ਬਹੁਤ ਕੁਝ ਸਿਖਾਉਂਦੀ ਹੈ। ਜਿਵੇਂ ਸਪੋਜ਼ ਜਦੋਂ ਲਿਬਰਲਿਜ਼ਮ ਦੀਆਂ ਗੱਲਾਂ ਆਈਆਂ, ਜਦੋਂ ਕਮਿਊਨਿਜ਼ਮ ਦੀਆਂ ਗੱਲਾਂ ਆਈਆਂ, ਜਦੋਂ ਇੱਕ ਨਵਾਂ ਚੈਪਟਰ ਯੂਰਪ ਵਿੱਚ ਖੁੱਲ੍ਹਣਾ ਸ਼ੁਰੂ ਹੋਇਆ, ਉੱਥੇ ਗੱਲਾਂ ਹੋਈਆਂ ਕਿ ਜਿਹੜਾ ਬੰਦਾ ਆ ਇਹ ਧਰਮ ਲਈ ਹੈ ਕਿ ਧਰਮ ਬੰਦੇ ਲਈ ਹੈ? ਵਟ ਬਿਲੋਂਗਸ ਟੂ ਵਟ? ਬੰਦਾ ਧਰਮ ਲਈ ਬਣਿਆ ਕਿ ਧਰਮ ਬੰਦੇ ਲਈ ਬਣਿਆ? ਆਨਸਰ ਇਟ। ਇਹਦੇ ਉੱਤੇ ਡਿਬੇਟ ਹੋਈ, ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ। ਮਟੀਰੀਅਲ ਜਿਹੜਾ ਆ ਇਹ ਬੰਦੇ ਲਈ ਕਿ ਬੰਦਾ ਮਟੀਰੀਅਲ ਲਈ ਹੈ, ਇਹਦੇ ਉੱਤੇ ਗੱਲ ਕੀਤੀ ਜਾਏ ਤਾਂ ਮੈਂ ਬੇਨਤੀ ਕਰਾਂਗਾ, no one can answer in black and white। ਤੁਸੀਂ ਇਹ ਡਿਸਟਿੰਗੁਇਸ਼ ਕਰਕੇ ਕਹਿ ਦਿਓ oh this approach is really good, this approach is very bad, no। ਇਹ ਮਿਕਸਚਰ ਆ, ਇਤਨੀ ਕੰਪਲੈਕਸਿਟੀ ਹੈ। ਜਦੋਂ ਗੁਰਬਾਣੀ ਪੜ੍ਹਦੇ ਨਾ ਅਸੀਂ ਤੇ ਥੋੜ੍ਹਾ ਵਿਸ਼ਵਾਸ ਵਿੱਚ, ਟ੍ਰੈਡੀਸ਼ਨਲ ਵੇ ਦੇ ਨਾਲ, ਬਲੀਫ ਸਿਸਟਮ ਵਿੱਚ ਆ ਗਏ। ਕਈ ਵਾਰ ਮੈਂ ਇੱਥੇ ਬੱਚੇ ਥੋੜ੍ਹੇ ਨੇ, ਪਰ ਹੈਗੇ ਇਹੋ ਜਿਹੇ ਬੱਚੇ ਜਿਨ੍ਹਾਂ ਨਾਲ ਮੇਰੀ ਕੋਈ ਸਾਂਝ ਰਹੀ, who actually came toward the Sikhi by their own efforts, and they tried to understand Gurbani and Gursikhi 100% according to Gurbani approach and Gurbani actually you can say system. And almost all of them have asked me same kind of questions. The one is, Bhai Sahib, it's too complex. We are not getting any clear picture. One level Babaji is telling us we should have family life, we should go in world, and we should do effort to actually contribute in this world, to earn money, everything. But at the same time, Gurbani is telling us nothing is going to actually go with you, and you know you're going to leave this world with empty hands, and don't try to attach too much toward this materialistic world. So what is the right approach? Two picture, and when we see the both pictures we get blurry. Where to go? ਹੁਣ ਆ ਜਿਹੜੀ ਚੀਜ਼ ਆ ਇਹਨੂੰ ਇਸ ਤਰ੍ਹਾਂ ਜਾਣੋ, ਬਾਣੀ ਮਹਾਰਾਜ ਨੇ ਜੋ ਬਚਨ ਕਿਹਾ ਆ, ਮੈਂ ਦੋਨਾਂ ਅਪਰੋਚਸ ਨੂੰ ਲੈ ਕੇ ਆਉਣਾ ਫਿਰ ਦੁਬਾਰਾ ਜੋ ਗੱਲ ਕਰ ਰਿਹਾ ਸੀਗਾ ਕਿ one parenting model is, you know, this milk, this stuff, these are actually kind of privileges, and you guys should be very thankful that you guys have these privileges, enjoy them, but at the same time don't take them granted and don't waste them. So privileges are very nice, these are for you guys, but they're very important, way important than you're actually just your own kind of attitude. ठीक है जी, ਇਹਨਾਂ ਦੇ ਨਾਲ ਜਿਹੜਾ ਉਸ ਕਿਸਮ ਦੀ ਬਾਤ ਕਰੋ। दूसरी अप्रोच ये है कि yeah, we have privileges, and if we have privileges we should actually avail them on totally higher level. So ਜੇ ਮੇਰੇ ਕੋਲ privilege ਹੈਗੀ ਹੈ, ਮੈਂ ਦੁੱਧ ਖਰੀਦ ਵੀ ਸਕਦਾ ਹਾਂ,
मैं पी भी सकदा, मैं डोल भी सकदा, दैन इट्स नॉट अ बिग डील। इफ आई लाइक इट आई विल हैव इट, इफ आई डोंट लाइक इट आई विल थ्रो इट। ਹੁਣ ਇਹ ਦੋਨਾਂ ਅਪਰੋਚਸ ਨੂੰ ਤੁਸੀਂ ਦੇਖੋਗੇ, ਜੇ ਡੀਪ ਲੈਵਲ ਤੇ ਦੇਖਿਆ ਜਾਏ ਤੇ ਐਕਚੁਅਲ ਲੈਵਲ ਤੇ ਬੰਦਾ ਇਹਦੀ ਅੰਡਰਸਟੈਂਡਿੰਗ ਨੂੰ ਸਮਝੇ। ਜੇ ਪੀਣਾ ਆ, ਜੇ ਸਪੋਜ਼ ਕਰੋ ਸਾਰਾ ਕੱਪ ਫਿਨਿਸ਼ ਹੀ ਕਰਨਾ ਆ, ਇਹ ਸੋਚ ਕੇ ਫਿਨਿਸ਼ ਨਹੀਂ ਕਰਨਾ ਕਿ ਕਿਉਂਕਿ ਇਹਦੇ 'ਚ ਡਾਇਰੈਕਟਲੀ ਇਕੱਲਾ ਮੇਰਾ ਲਾਸ ਹੋ ਜਾਣਾ ਹੈ ਤੇ ਮਨੀ ਬੜੀ ਔਖੀ ਬਣਦੀ ਹੈ ਤੇ ਸਾਰਾ ਕੁਛ। ਨੋ, ਐਕਚੁਅਲ ਲੈਵਲ ਤੇ ਇਹ ਸੋਚ ਕੇ ਫਿਨਿਸ਼ ਕਰਨਾ ਆ ਕਿਉਂਕਿ ਇਹ ਪਦਾਰਥ ਮਦਰ ਨੇਚਰ ਵਿੱਚੋਂ ਆਇਆ ਆ ਤੇ ਵੇਸਟਿੰਗ ਕਰਨੀ, ਦੈਟਸ ਨਾਟ ਗੁੱਡ ਥਿੰਗ। ਬਟ ਦ ਸੇਮ ਟਾਈਮ ਇਸ ਨੂੰ ਮਤਲਬ ਵੇਸਟ ਨਾ ਕਰਦੇ ਹੋਏ ਮੈਂ ਪੀ ਲਵਾਂਗਾ, ਪਰ ਜੇ ਮੈਂ ਬਿਮਾਰ ਹੋ ਗਿਆ ਤੇ ਉਸ ਤੋਂ ਜ਼ਿਆਦਾ ਟਰਬਲ ਹੋਏਗੀ ਮੇਰੇ ਵਾਸਤੇ, ਫੈਮਿਲੀ ਵਾਸਤੇ, ਤੇ ਇਸ ਧਰਤੀ ਦੇ ਹੋਰ ਮੈਂ ਚੀਜ਼ਾਂ ਨੂੰ ਕੰਜ਼ਿਊਮ ਕਰਾਂਗਾ, ਦਵਾਈਆਂ, ਹੌਸਪੀਟਲ, ਸਭ ਚੀਜ਼ਾਂ। ਸੋ ਮੇਕ ਏ ਕਾਮਨ ਸੈਂਸ ਅਪਰੋਚ, ਬੀ ਸੈਂਸੀਬਲ। ਇਹ ਜਿਹੜਾ ਬੀ ਸੈਂਸੀਬਲ ਹੋਣਾ ਹੈ ਨਾ, ਇੱਥੇ ਜਾ ਕੇ ਸਪਿਰਿਟ ਦਾ ਹੋਣਾ ਬੜਾ ਜ਼ਰੂਰੀ ਹੈ, ਅਵੇਅਰ। ਕੋਈ ਵੀ ਅਪਰੋਚ ਜਿਹੜੀ ਹੈ, ਜੇ ਉਹ ਜਸਟ ਕਿਸੇ ਇੱਕ ਸਕੂਲ ਵਿੱਚੋਂ ਆ ਰਹੀ ਹੈ, ਕਿਸੇ ਇੱਕ ਸਕੂਲ 'ਚੋਂ, ਟ੍ਰੈਡੀਸ਼ਨਲ ਸਕੂਲ ਹੋ ਸਕਦਾ ਹੈਗਾ, ਕੋਈ ਆਰਥੋਡਾਕਸੀ ਸਕੂਲ ਹੋ ਸਕਦਾ, ਕਿਸੇ ਤਰੀਕੇ ਨਾਲ ਬਾਣੀ ਕਹਿੰਦੀ ਹੈ ਸਪਿਰਿਚੁਅਲ ਅਪਰੋਚ, ਸਪਿਰਿਟ ਦੇ ਨੇੜੇ ਰਹੋ, ਯੂਜ਼ ਯੂਰ ਕਾਮਨ ਸੈਂਸ, ਸੈਂਸੀਬਲ ਹੋ। ਜਿਹੜਾ ਇਨਰ ਇਨਸਟਿੰਕਟ ਜਿਹਨੂੰ ਅਸੀਂ ਕਹਿੰਦੇ ਹਾਂ ਵਿਵੇਕਸ਼ੀਲਤਾ, ਇਹਨੂੰ ਕਦੀ ਮਰਨ ਨਾ ਦੇ। ਇਹਦੇ ਵਾਸਤੇ ਬਾਣੀ ਪੜ੍ਹੋ, ਇਹਦੇ ਵਾਸਤੇ ਆਪਣਾ ਅੰਦਰ ਦਾ ਦੀਵਾ ਬਾਲੋ। ਜਿਹੜੀ ਸੈਕਿੰਡ ਅਪਰੋਚ ਹੈ ਕਿ ਓਕੇ, ਇਫ ਆਈ ਡੋਂਟ ਲਾਈਕ, if I don't feel to drink it, then I can throw it. No, there are so many actually needy, they don't have. ਜੇ ਵਾਕਿਆ 'ਚ ਮੈਨੂੰ ਇਹੋ ਜਿਹੀ ਚੀਜ਼ ਆ ਕਿ ਮੇਰੇ ਕੋਲ ਕੁਝ ਇਸ ਕਿਸਮ ਦੇ ਪਰਕਸ ਨੇ, ਕੋਈ ਪ੍ਰਿਵਿਲੇਜਸ ਹੈਗੀਆਂ ਨੇ, ਮੈਂ ਉਹਨਾਂ ਨੂੰ ਅਬਿਊਜ਼ ਨਾ ਕਰਾਂ। ਅਬਿਊਸਿਵ ਬਿਹੇਵੀਅਰ ਟੂਵਰਡ ਦ ਪ੍ਰਿਵਿਲੇਜਸ, ਦੈਟਸ ਨਾਟ ਅ ਗੁੱਡ ਅਪਰੋਚ, ਦੈਟਸ ਨਾਟ ਅ ਹਿਊਮਨ ਅਪਰੋਚ। ਇਸ ਚੀਜ਼ ਨੂੰ ਜਿਵੇਂ ਅਸੀਂ ਕਈ ਵਾਰੀ ਸਾਖੀਆਂ ਸੁਣਦੇ ਹਾਂ, ਸਾਖੀ ਇਹ ਹੁੰਦੀ ਹੈ ਕਿ ਗੁਰੂ ਸਾਹਿਬ ਪਾਣੀ ਦਾ ਗਿਲਾਸ ਮੰਗਦੇ ਨੇ ਤੇ ਇੱਕ ਸ਼ਖਸ ਗਿਲਾਸ ਲੈ ਕੇ ਆਉਂਦਾ ਆ ਤੇ ਉਹਦੇ ਗਿਲਾਸ 'ਚ ਉਹਦਾ ਹੱਥ ਫੜਾਉਣ ਲੱਗਦਾ, ਹੱਥ ਇਤਨੇ ਮੁਲਾਇਮ ਹੁੰਦੇ ਨੇ ਤੇ ਗੁਰੂ ਸਾਹਿਬ ਉਹਨੂੰ ਪੁੱਛਦੇ ਨੇ, ਉਹ ਤੇਰੇ ਹੱਥ ਬੜੇ ਮੁਲਾਇਮ ਨੇ, ਤੇ ਉਹ ਕਹਿੰਦਾ ਜੀ ਮੈਂ ਤੇ ਕਦੀ ਇੱਕ ਇਸ ਚੀਜ਼ ਚੱਕ ਕੇ ਦੂਜੇ ਪਾਸੇ ਨਹੀਂ ਰੱਖੀ, ਮੈਂ ਤੇ ਪਹਿਲੀ ਵਾਰ ਤੁਹਾਨੂੰ ਪਾਣੀ ਦਾ ਗਿਲਾਸ ਫੜਾਉਣ ਲੱਗਾ ਕਿਉਂਕਿ ਮੈਂ ਤੁਹਾਡਾ ਸਤਿਕਾਰ ਕਰਦਾ ਬਹੁਤ ਸਾਰਾ ਇਸ ਤਰੀਕੇ ਨਾਲ। ਤੇ ਗੁਰੂ ਸਾਹਿਬ ਕਹਿੰਦੇ ਨੋ, ਆਈ ਡੋਂਟ ਨੀਡ ਵਾਟਰ, ਦਿਸ ਕਾਈਂਡ ਆਫ ਹੈਂਡਸ। ਹੁਣ ਦਾ ਮਾਇਨਾ ਕੀ ਹੈ? ਗੁਰੂ ਸਾਹਿਬ ਦੱਸਦੇ ਨੇ ਸੰਸਾਰ ਵਿੱਚ ਹੈ ਕੰਟਰੀਬਿਊਟ ਕਰ ਕੁਛ। ਜੇ ਪ੍ਰਿਵਿਲੇਜਸ ਵੀ ਹੈਗੀਆਂ ਨੇ, ਦੈਟ ਡਜ਼ਨਟ ਮੀਨ ਕਿ ਤੂੰ ਕੰਟਰੀਬਿਊਟ ਨਹੀਂ ਕਰਨਾ। ਜਿਹੜਾ ਤੇਰਾ ਰੋਲ ਬਣਦਾ ਆ, ਕੋਈ ਵੀ ਹੈ, ਉਹ ਰੋਲ ਅਦਾ ਕਰ। ਭਾਰ ਥੋੜਾ ਬਣਨਾ ਧਰਤੀ ਦੇ ਉੱਤੇ। ਸੋ ਇਸ ਚੀਜ਼ ਨੂੰ ਗੁਰੂ ਬਾਬਾ ਜੀ ਨੇ ਕਿਹਾ ਇਸ ਤਰੀਕੇ ਨਾਲ। ਬਾਕੀ ਇਹ ਹੈ ਜਿਵੇਂ ਜਿਵੇਂ ਮਟੀਰੀਅਲ ਵੱਧਦਾ ਆ, ਪਦਾਰਥ ਵੱਧਦਾ ਆ, ਅੱਜ ਜਿਹੜੀ ਏਥਿਜ਼ਮ ਦੀ ਗੱਲ ਹੋ ਰਹੀ ਇੰਨੀ ਜ਼ਿਆਦਾ, ਏਥੀਇਸਟ ਹੋਣ ਦੀ ਗੱਲ, ਤੇ ਬਾਏ ਦਾ ਵੇ ਸਿੱਖ ਇਜ਼ ਨੋਟ ਅਗੇਂਸਟ ਟੂਵਰਡ ਐਨੀਥਿੰਗ, ਈਵਨ ਹੂ ਆਰ ਕਲੇਮਿੰਗ ਵੀ ਆਰ ਏਥੀਇਸਟ, ਦੇ ਆਰ ਵੈਲਕਮ ਇਨ ਗੁਰਦੁਆਰਾ ਸਾਹਿਬ। ਕਿਉਂਕਿ ਜਿਹੜਾ ਧਰਮ ਦਾ ਵੱਡਾ ਹਿੱਸਾ ਆ, ਜਿਸ ਤਰੀਕੇ ਦੇ ਨਾਲ ਧਰਮ ਨੂੰ ਪ੍ਰੈਜ਼ੈਂਟ ਕੀਤਾ ਲੋਕਾਂ ਨੇ, ਗੁਰਬਾਣੀ ਇਜ਼ ਆਲਰੇਡੀ ਟੈਲਿੰਗ ਅਸ, ਰੱਬ ਦੀ ਕੋਈ ਸ਼ਕਲ ਸੂਰਤ ਤੇ ਹੈ ਨਹੀਂ, ਕਿੱਥੋਂ ਲੱਭੇਗਾ ਉਹਨੂੰ? ਆਪਣੇ ਆਪ ਵਿੱਚ ਬਿਲੀਵ ਕਰਨਾ ਸਿੱਖ। ਅਕਾਲ ਪੁਰਖ ਵਾਹਿਗੁਰੂ ਜਿਹੜਾ ਜ਼ਰਰੇ ਜ਼ਰਰੇ 'ਚ ਮੌਜੂਦ, ਇਹਦੀ ਓਮਨੀ ਪ੍ਰੈਜ਼ੈਂਸ ਆ, ਉਹਦੇ ਤੱਕ ਅਪਰੋਚ ਲੈ ਕੇ ਜਾਣੀ ਅਸੀਂ। ਬਾਕੀ ਗੱਲ ਰਹੀ ਮਟੀਰੀਅਲਿਸਟਿਕ ਵਰਲਡ ਦੀ, ਭਈ ਇਹ ਤੇ ਇਹ ਹੈ ਕਿ ਇਹਨੂੰ ਕਮਾਉਣਾ ਵੀ ਹੈ, ਇਹਨੂੰ ਹੰਡਾਉਣਾ ਵੀ ਹੈ, ਪਰ ਜਿਵੇਂ ਜਿਵੇਂ ਇਹ ਵੱਧ ਰਿਹਾ ਹੈ ਤਿਵੇਂ ਤਿਵੇਂ ਬੰਦਾ ਅਨਹਿਿਊਮਨ, ਮਤਲਬ ਹਿਊਮੈਨਿਟੀ ਤੋਂ ਲੋਅਰ ਲੈਵਲ ਤੇ ਆ ਰਿਹਾ, ਵਿਚ ਇਜ਼ ਨਾਟ ਗੁੱਡ। ਬਲਕਿ ਪਦਾਰਥ ਵਧੇ ਤੇ ਬੰਦੇ ਦੇ ਵਿੱਚ ਜਿਹੜੀ ਅਪਰੋਚ ਆ ਉਹ ਜ਼ਿਆਦਾ ਟੂਵਰਡ ਹਿਊਮਨ ਵਰਚੂਜ਼ ਹੋਏ, ਟੂਵਰਡ ਹਿਊਮਨ ਟੂ ਜਿਹੜੀ ਕੁਆਲਿਟੀਫੁਲ ਲਾਈਫ ਆ। ਕੁਆਲਿਟੀਫੁਲ ਲਾਈਫ ਦਾ ਮਤਲਬ ਇਹ ਨਹੀਂ ਕਿ ਲਗਜ਼ੂਰੀਅਸ ਚੀਜ਼ਾਂ ਦੇ ਨਾਲ ਸਿਰਫ। ਕੁਆਲਿਟੀਫੁਲ ਲਾਈਫ ਦਾ ਮਤਲਬ ਇਹ ਹੈ ਬੰਦਾ ਜਿਹੜੇ ਆਪਣੇ ਸਿਵਿਕ ਡਿਊਟੀਜ਼ ਤੇ ਸਿਵਿਕ ਜਿਹੜੀਆਂ ਉਹਦੀਆਂ ਰਿਸਪੋਂਸੀਬਿਲਿਟੀਜ਼ ਨੇ, ਉਹਨਾਂ ਨੂੰ ਅਵੇਲ ਕਰੇ, ਉਹਨਾਂ ਦੇ ਉੱਤੇ ਐਮਫੇਸਾਈਜ਼ ਕਰੇ ਉਸ ਤਰੀਕੇ ਦੇ ਨਾਲ। ਇਹ ਸ਼ਬਦ ਉਹਦੇ ਬਾਰੇ ਕਹਿ ਰਿਹਾ, ਦੱਸ ਰਿਹਾ ਮੰਝ ਕੁਚੱਜੀ, ਧਿਆਨ ਨਾਲ ਦੇਖ ਬੰਦੇ, ਇਹ ਜੀਵਾਤਮਾ ਵਾਲੇ ਪਾਸੇ ਝਾਤ ਮਾਰ ਕੇ ਜੀਵਨ ਵਾਲੇ ਪਾਸੇ ਕੁਚੱਜ ਕਿੰਨਾ ਆ। ਕੁਚੱਜ ਮੀਨ, ਜਿਹਨੂੰ ਮੈਂ ਬੀਤੇ ਕੱਲ ਬਿਆਨ ਕੀਤਾ ਸੀਗਾ ਕਿ
ਇਨਐਪਰੋਪ੍ਰੀਏਟ, ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ, ਅਨਐਥੀਕਲ, ਨੋਨ ਪ੍ਰਿੰਸੀਪਲ ਸਾਈਡ ਆਫ ਲਾਈਫ ਸਟਾਈਲ, ਇਹ ਜਿਹੜੀ ਚੀਜ਼ ਆ ਇਹ ਕੁਚੱਜ ਆ ਬੰਦੇ ਦੇ ਬਿਹੇਵੀਅਰ ਦੇ, ਬੰਦੇ ਦੇ ਜੀਵਨ ਵਿਹਾਰ ਦੇ, ਆਚਾਰ ਦੇ ਜਿਹੜੇ ਨੇ ਇਹ ਫਲਾਜ਼, ਐਰਰਸ ਨੇ ਸਾਰੇ ਦੇ ਸਾਰੇ। ਤੇ ਗੁਰੂ ਬਾਬਾ ਜੀ ਕਹਿੰਦੇ ਇੰਨੇ ਨੇ ਅਮਾਵਨ ਡੋਸੜੇ ਇਹਨਾਂ ਦੋਸ਼ਾਂ ਨੂੰ, ਇਹਨਾਂ ਜਿਨ੍ਹਾਂ ਚੀਜ਼ਾਂ ਵਾਸਤੇ ਮੈਂ ਐਕਿਊਜ਼ ਹੋਣਾ ਚਾਹੀਦਾ, ਜਿਹਦੇ ਵਾਸਤੇ ਮੈਨੂੰ ਉਹ ਲੁਕੋਏ ਨਹੀਂ ਜਾ ਸਕਦੇ। ਹਉ ਕਿਉਂ ਸ਼ਹੁ ਰਾਵਣ ਜਿਉ ਜਾਉ ਜਿਉ, ਮੈਂ ਅਕਾਲ ਪੁਰਖ ਵਾਹਿਗੁਰੂ ਰੱਬ ਨੂੰ ਕਿਵੇਂ ਰਾਵਣ ਕਰਾਂਗਾ। ਉਹ ਤੇ ਬੜਾ ਆਈਡੀਅਲ ਤੇ ਬੜਾ ਵੱਡਾ ਆ। ਜਿਹੜਾ ਬੰਦਾ ਖਾਸ ਕਰਕੇ ਕਿਸੇ ਵੱਡੇ ਆਈਡੀਅਲ ਵਿੱਚ ਬਿਲੀਵ ਕਰਦਾ ਹੈ ਨਾ, ਤੇ ਉਹਨੂੰ ਤੇ ਸੋਚਣਾ ਚਾਹੀਦਾ ਕਿ ਆਈਡੀਅਲ ਇੱਥੇ ਆ ਤੇ ਮੈਂ ਇੱਥੇ ਆ। ਦੈਨ ਆਈ ਨੀਡ ਐਟ ਲੀਸਟ, ਜੇ ਮੈਨੂੰ ਐਲੀਵੇਟਰ ਨਹੀਂ ਵੀ ਮਿਲਦਾ, I cannot jump from here to here overnight, or actually in a speedy way, but at least I have some kind of ladder. Step by step I can go there. ਮੇਰੀ ਅਪਰੋਚ ਇੰਨੀ ਤੇ ਹੋਏ ਕਿ ਮੈਂ ਸਟੈਪਸ ਕੱਲ੍ਹ ਨਾਲੋਂ ਅੱਜ ਬੈਟਰ ਕਰਾਂ, ਅੱਜ ਨਾਲੋਂ ਕੱਲ੍ਹ ਬੈਟਰ ਹੋਵਾਂ, ਕੱਲ੍ਹ ਨਾਲੋਂ ਅਗਲੇ ਦਿਨ ਬੈਟਰ ਹੋਵਾਂ। I should take some steps. ਗੁਰੂ ਸਾਹਿਬ ਕਹਿੰਦੇ ਹਉ ਕਿਉਂ ਸ਼ੋ ਰਾਵਣ ਜਾਓ ਜਿਓ, how can I approach there, how can I actually go there? I don't have any map because they are totally different. This is mismatch. ਇਹ ਬਿਜ਼ਾਤ ਹੋ ਗਿਆ, ਇਹ ਮੈਚ ਬਣ ਨਹੀਂ ਸਕਦਾ। ਮੇਰੀ ਤੇ ਉਹਦੀ ਜ਼ਾਤ ਵੱਖਰੀ ਹੋ ਗਈ ਹੈ, ਉਹ ਉੱਚਾ ਹੋ ਗਿਆ, ਮੈਂ ਨੀਵਾਂ ਹੋ ਗਿਆ, ਪਹਿਚਾਨ ਵੱਖਰੀ ਹੋ ਰਹੀ ਹੈ। ਅਗਲਾ ਬਚਨ ਲਿਖਿਆ, ਇੱਕ ਦੂ ਇੱਕ ਚੜ੍ਹੰਦੀਆਂ, ਬਾਕੀ ਉਹ ਲੋਅਰ ਆਵੇ ਮੇਰੇ ਲੈਵਲ ਤੇ, ਐਸਾ ਹੋ ਨਹੀਂ ਸਕਦਾ, ਕਿਉਂਕਿ ਉਹ ਤੱਕ ਪਹੁੰਚਣ ਵਾਲੀਆਂ ਰੂਹਾਂ ਬੜੀਆਂ ਨੇ। ਇਹਨੂੰ ਇਸ ਤਰ੍ਹਾਂ ਜਾਣੋ ਕਿ ਜੀਵਨ ਦੇ ਵਿੱਚ ਜਿਹੜੀ ਖੁਸ਼ੀ ਹੈ, ਜਿਹੜਾ ਪਲੈਜ਼ਰ ਆ, ਜਿਹੜੀ ਹਾਇਰ ਲੈਵਲ ਦਾ ਇੱਕ ਮਨੁੱਖ ਨੂੰ ਰਿਜੋਇਨੈਸ ਜਿਹੜੀ ਹੈ, ਉਹ ਇੱਕ ਯੂਨੀਵਰਸਲ ਲਾ ਚੋਂ ਨਿਕਲਦੀ ਹੈ। ਉਹ ਲਾ ਨਹੀਂ ਟੁੱਟਦਾ ਕਦੇ ਵੀ। ਅਸੀਂ ਸੋਚੀ ਸਾਡੇ ਵਾਸਤੇ ਲਾ ਟੁੱਟ ਜਾਏਗਾ, ਮੈਂ ਝੂਠ ਬੋਲੀ ਜਾਵਾਂ, ਫੇਕ ਜਿਹੜਾ ਹੈਗਾ ਇੱਕ ਲਾਈਫ ਸਟਾਈਲ ਅਡਾਪਟ ਕਰ ਲਵਾਂ, ਹਰ ਵਕਤ ਈਰਖਾ 'ਚ ਰਵਾਂ, ਤੇ ਫਿਰ ਕਵਾਂ ਮੈਨੂੰ ਪੀਸ ਆਫ ਮਾਈਂਡ ਮਿਲ ਜਾਏ। ਨਹੀਂ ਮਿਲੇਗਾ। ਬੇਸਿਕਸ ਚੀਜ਼ਾਂ ਨਹੀਂ ਫੋਲੋ ਕਰ ਰਿਹਾ ਤੂੰ, ਇਹ ਕਿਵੇਂ ਹੋ ਸਕਦਾ ਆ? ਕੋਈ ਬੰਦਾ ਐਨੀਵਨ ਮਿੱਟੀ ਇਕੱਠੀ ਕਰਕੇ ਤੇ ਜਿੰਨਾ ਮਰਜ਼ੀ ਸੁਪਰਨੈਚੁਰਲ ਪਾਵਰ ਨੂੰ ਪ੍ਰੇਅਰ ਕਰੇ, ਜੋ ਮਰਜ਼ੀ ਕਰੇ, ਤੇ ਇਹ ਕਹੇ ਕਿ ਮਿੱਟੀ ਦਾ ਆਟਾ ਬਣ ਜਾਏ, ਨਹੀਂ ਬਣੇਗਾ। ਨੋ ਵੇ। ਹਾਂ, ਬਣ ਜਾਏਗਾ ਆਟਾ, ਨੋ ਡਾਊਟ, ਪਰ ਤਰੀਕਾ ਵੱਖਰਾ ਆ। ਤਰੀਕਾ ਕੀ ਹੈ? ਉਸੇ ਮਿੱਟੀ ਦੇ ਵਿੱਚ ਕੁਝ ਜਿਹੜੀ ਵੀਟ ਹੁੰਦੀ ਹੈ ਉਹਦੇ ਬੀਜ ਲਗਾ ਦੇ, ਉਹਨਾਂ ਦੀ ਕੇਅਰ ਕਰੇ, ਉਹ ਮਿੱਟੀ ਰੂਪ ਵਟਾਏਗੀ, ਹੌਲੀ ਹੌਲੀ ਉਹਦਾ ਆਟਾ ਬਣ ਜਾਏਗਾ, ਕਣਕ ਬਣ ਜਾਏਗੀ। ਹੈ ਨਾ? ਇਹ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਕਿ ਮਿੱਟੀ ਦਾ ਆਟਾ ਨਹੀਂ ਬਣਦਾ। ਨੋ, ਮਿੱਟੀ ਦਾ ਤਾਂ ਬਹੁਤ ਕੁਝ ਬਣ ਜਾਂਦਾ। ਮਿੱਟੀ ਦੇ ਤੇ ਮਿੱਠੇ ਫਲ ਬਣ ਜਾਂਦੇ ਨੇ, ਖਜੂਰਾਂ ਬਣ ਜਾਂਦੀਆਂ ਨੇ, ਅੰਗੂਰ ਬਣ, ਐਵਰੀਥਿੰਗ, ਬਟ ਇਨ ਮਦਰ ਨੇਚਰਸ ਲਾ। ਇਹ ਨਹੀਂ ਕਿ ਬੰਦਾ ਕਹਿ ਸਕਦਾ ਕਿ ਓਕੇ ਜ਼ਿੰਦਗੀ ਜਿਹੜੀ ਹੈ ਫੁੱਲ ਵਿਦ ਮਿਜ਼ਰੀ, ਵਿਦ ਐਕਚੁਅਲੀ ਡਿਸਟਰਬੈਂਸ, ਵਿਦ ਸਮ ਕਾਈਂਡ ਆਫ ਗ੍ਰੀਫ। ਨੋ, ਲਾਈਫ ਇਜ਼ ਫੁੱਲ ਵਿਦ ਐਕਚੁਅਲੀ pleasure, enjoyment, everything. ਮਿੱਟੀ ਹੈ, ਮਿੱਟੀ ਆਟਾ ਬਣ ਜਾਏਗੀ, but you have to have proper approach. Here Baba ji saying, ਹਾਂ ਕਿਉਂ ਸ਼ੋ ਰਾਵਣ ਜਾਉ ਜੀਓ, ਕਿਵੇਂ? ਸਭ ਕਹਿੰਦੇ ਹੈਗੇ ਇੱਕ ਦੂ ਇੱਕ ਚੜ੍ਹੰਦੀਆਂ, ਹੈਗੇ ਨੇ ਜਿਨ੍ਹਾਂ ਨੇ ਮਿੱਟੀ ਦਾ ਆਟਾ ਬਣਾ ਕੇ ਖਾਧਾ। ਤੇ ਜੇ ਤੂੰ ਚਾਹੁੰਦਾ ਕਿ ਮੈਂ ਵੀ ਉਸ ਜਗ੍ਹਾ ਤੇ ਪਹੁੰਚਾਂ, ਹਾਂ ਪਹੁੰਚ ਸਕਦਾ, ਜਿਵੇਂ ਉਹ ਉੱਥੇ ਚੜ੍ਹੇ ਨੇ। ਹਾਊ ਦੇ ਐਕਚੁਅਲੀ ਗੋ ਦੇਅਰ, they have taken actually some steps. Just follow their footprints, and that's why Guru Sahib has given this Shabad Guru. Bhagat Kabir ji, Bhagat Ravidas ji. People can, ਮਾਫੀ ਚਾਹਾਂਗਾ, ਸਮਾਜ ਨੂੰ ਕਈ ਰੂਪਾਂ ਤੋਂ ਬਦਲਣ ਦੀ ਲੋੜ ਹੈ, ਸਾਨੂੰ ਵੀ ਬਦਲਣ ਦੀ ਲੋੜ ਹੈ। ਪਰ ਇੱਕ ਬੰਦਾ ਜਿਹੜਾ ਹੈਗਾ ਉਹ ਐਕਿਊਜ਼ਡ ਕੀਤਾ ਜਾਂਦਾ ਹੈ ਕਿ ਇਹ ਬਰੂਡਲ ਹੈ, ਇਹ ਐਕਸਪਲੋਟੇਸ਼ਨ ਕਰਦਾ ਹੈ, ਇਸ ਕਰਕੇ ਦੂਜਾ ਜਿਹੜਾ ਐਕਸਪਲੋਇਟ ਹੋਇਆ ਉੱਥੇ ਉਹ ਵਿਕਟਿਮ ਕਾਰਡ ਪਲੇ ਕਰਦਾ। ਹਾਂ ਬਤਾ ਵਿਕਟਿਮ, ਆਈ ਕੈਨ ਨੋਟ ਡੂ ਐਨੀਥਿੰਗ। ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦੋਵੇਂ ਟਿਕਾਤੇ। ਭਗਤ ਰਵਿਦਾਸ ਜੀ, he can play victim card easily. He can said, ਉਹਨਾਂ ਬਚਨ ਲਿਖਿਆ, ਕਹਿਣ ਲੱਗੇ ਕਿ ਮੇਰੀ ਜਾਤ ਕੁਟੁੰਬ ਬਾਂਡਲਾ ਢੋਲ ਢਵੰਤਾ ਨਿਤੈ ਬਨਾਰਸੀ ਆਸ ਪਾਸਾ।
ਭਗਤ ਰਵਿਦਾਸ ਜੀ ਦੇ ਸ਼ਬਦ ਪੜ੍ਹੋ, ਆਪਨੇ ਕਦੀ ਸ਼ਬਦ ਸੁਣਿਆ ਹੋਏ। बेगमपुरा शहर को नाओ, दूक अंदो नहीं ते ठाओ, ना तजवीज़ खिराज न माल, खौफ न खता न तरस जुआल, अब मोहे खूब वतन गह पाई, ऊहाँ खैर सदा मेरे पाई, कायम दायम सदा पातशाही, दोम नसेम एक सौ आही, आबादान सदा मशहूर, ऊहाँ गणी बसै मामूर। If anybody from Iran is actually working with you or living in your neighborhood, or you know, just try to recite this shabad in front of that Irani person. And you know, he's going to be surprised. And definitely, he or she is going to ask you, oh my gosh, you know Velvet Persian? ਤੈਨੂੰ ਮਖਮਲੀ ਫਾਰਸੀ ਆਉਂਦੀ ਹੈ, ਕਮਾਲ ਹੋ ਗਈ, ਬੜੀ ਕਮਾਲ ਦੀ ਫਾਰਸੀ ਬੋਲਦਾ ਤੂੰ ਤੇ। ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਪਿਓਰ ਉਸ ਜਿਹੜੀ ਹੈ ਉਹਦੀ ਆਬਾਦ ਵਿੱਚ। ਐਸੀ ਸ਼ਖਸੀਅਤ ਤੇ ਕਿਸੇ मतलब कोई ਵੱਡਾ ਸਾਰਾ ਇੰਸਟੀਟਿਊਸ਼ਨ ਚਲਾਏ, ਸਕੂਲ ਚਲਾਏ, ਫਾਰਸੀ ਪੜ੍ਹਾਏ ਲੋਕਾਂ ਨੂੰ। ਐਸੀ ਪਰਸਨੈਲਿਟੀ ਤੇ ਲੋਕਾਂ ਨੂੰ ਜੀਵਨ ਜਾਚ ਸਿਖਾਏ। that person should be actually teacher, should be a mentor, should be a scholar. But what kind of work society has actually had dedicated to him that time? ਮਰੇ ਡੰਗਰ ਚੁੱਕਣੇ ਨੇ, dead animals who are actually having smell, and that's totally dirty work. No one want to do it. Rotten work. And not only him, his whole actually family line, whole family or extended family, they're all actually involved in this kind of business because society never allowed them to do anything else. And he mentioned in his own actually Bani, ਕਹਿਣ ਲੱਗੇ ਕਿ ਮੇਰੀ ਜਾਤ ਕੁਟੁੰਬ ਬਾਂਟ ਲਾ, ਮੇਰੀ ਜਾਤ ਤੇ ਮੇਰੀ ਜਾਤ ਦੇ ਕੁਟੁੰਬ ਦੇ ਸਾਰੇ ਲੋਕ, ਮੇਰੀ ਜਾਤ ਕੁਟੁੰਬ ਬਾਂਟ ਲਾ, ਢੋਰ ਢਵੰਤਾ, ਢੋਰ ਡੰਗਰ, ਮਰੇ ਪਸ਼ੂ, ਡੈਡ ਐਨੀਮਲਸ, ਨਿਤ ਬਨਾਰਸੀ ਆਸ ਪਾਸਾ, ਬਨਾਰਸ ਦੇ ਆਲੇ ਦੁਆਲੇ ਅਸੀਂ ਇਹੀ ਕੰਮ ਕਰਦੇ ਸਾਰੇ। ਪਰ ਹਕੀਕਤ ਇਹ ਹੈ, ਇਹ ਨਹੀਂ ਕਿ ਮੈਂ ਮੋਏ ਡੰਗਰ ਢੋ ਰਿਹਾ ਵਾਂ ਤੇ ਸਭ ਚੀਜ਼ਾਂ ਹੋ ਰਹੀਆਂ ਨੇ ਤੇ ਮੈਨੂੰ ਤੇ ਸੋਸਾਇਟੀ ਨੇ ਮੌਕਾ ਹੀ ਨਹੀਂ ਦਿੱਤਾ। ਸੋ ਹਾਊ ਕੈਨ ਐਕਚੁਅਲੀ ਆਈ ਕੈਨ ਗਰੋ ਇਨ ਸਮਵੇਅਰ ਇਨ ਇੰਟੈਲੈਕਚੁਅਲ ਸਾਈਡ ਔਰ ਇਨ ਐਕਚੁਅਲੀ ਸਪਿਰਿਚੁਅਲ ਸਾਈਡ। ਨੋ ਆਈ ਡੋਂਟ ਯੂਜ਼ ਥੀਸ ਐਕਸਕਿਊਜ਼ਸ ਐਟ ਆਲ। ਜੋ ਮੈਨੂੰ ਹਿਊਮਨ ਲਾਈਫ ਮਿਲੀ ਮੈਂ ਇਹਦੇ ਵਾਸਤੇ ਸ਼ੁਕਰਗੁਜ਼ਾਰ ਹਾਂ। ਤੇ ਇਹਦੇ ਵਿੱਚ ਹੀ, ਹਾਲਾਂਕਿ ਸੋਸਾਇਟੀ ਦੇ ਖਿਲਾਫ ਨੇ, ਸੋਸਾਇਟੀ ਦੇ ਸਿਸਟਮ ਨੂੰ ਸਪੋਰਟ ਨਹੀਂ ਕਰਦੇ ਹੋ, ਇਹਦੇ ਖਿਲਾਫ ਉੱਠਦੇ ਨੇ ਆਵਾਜ਼। ਇਹਨੂੰ ਰੈਡੀਕਲ ਭਗਤ ਕਿਹਾ ਜਾਂਦਾ, ਰੈਡੀਕਲ ਡਿਵੋਟੀਜ਼ ਇੰਡੀਅਨ ਲਿਟਰੇਚਰ ਦੇ ਵਿੱਚ ਇਹਦੇ ਨੇ ਬੜੇ ਰੈਡੀਕਲ ਨੇ ਭਾਈ। ਕਿਉਂਕਿ ਬ੍ਰਾਹਮਣੀ ਨਿਜ਼ਾਮ ਦੇ ਖਿਲਾਫ ਆਵਾਜ਼ ਚੁੱਕਦੇ ਨੇ। ਪਰ ਉਹ ਕਹਿੰਦੇ ਹਕੀਕਤ ਇਹ ਹੈ, ਮੈਂ ਵਿਕਟਮ ਕਾਰਡ ਵੀ ਨਹੀਂ ਪਲੇ ਕਰਦਾ। ਮੈਂ ਕਹਿੰਦਾ ਰਵਿਦਾਸ ਟੋਹੰਦਾ ਜਿਹੜਾ ਸੀ ਬਚ ਕੇ, ਮੇਰੀ ਜਾਤ ਕੁਟੁੰਬ ਬਾਂਡ ਲਾ, ਢੋਰ ਢਵੰਤਾ ਨਿਤ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ। ਹੁਣ ਵੱਡੇ ਵੱਡੇ ਪ੍ਰਧਾਨ ਵਿਪਰ ਸਕਾਲਰ, ਜਿਹਨਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਲਿਟਰੇਚਰ ਦੀ, ਹਿਊਮਨ ਲਾਈਫ ਦੀ, ਕਿਸੇ ਚੀਜ਼ ਦੀ, they came to me and salute me and actually ਮੈਨੂੰ ਨਮਸਕਾਰ ਕਰਦੇ ਨੇ, ਕਹਿੰਦੇ ਨੇ ਤੂੰ ਦੱਸ ਸਾਨੂੰ ਕੋਈ ਚੀਜ਼। ਸੋ ਇਥੋਂ ਮੰਨ ਕੇ ਚੱਲੋ ਕਿ ਜਿਹੜੀ ਰਿਸਪੌਂਸਿਬਿਲਿਟੀ ਹੈ ਇਹ ਸਾਡੀ ਸਾਰਿਆਂ ਤੇ ਹੈਗੀ ਹੈ। ਅਸੀਂ ਭਾਵੇਂ ਇੱਥੇ ਹਾਂ ਤੇ ਭਾਵੇਂ ਇੱਥੇ ਹਾਂ। ਬਾਕੀ ਜੀਵਨ ਦਾ ਅਸਲ ਪਲੈਜ਼ਰ ਜਿਹੜਾ ਆ ਉਹ ਅਚੀਵਮੈਂਟਸ ਦੇ ਵਿੱਚ ਆ। ਤੇ ਅਚੀਵਮੈਂਟ ਸਿਰਫ ਮਟੀਰੀਅਲਿਸਟਿਕ ਨਹੀਂ ਹੁੰਦੀਆਂ। ਅਚੀਵਮੈਂਟ ਹੁੰਦੀ ਹੈ ਉਹ ਚੀਜ਼ ਜਿਹੜੀ ਤੁਹਾਨੂੰ ਸੈਲਫ ਸੈਟਿਸਫੈਕਸ਼ਨ ਤੱਕ ਲੈ ਕੇ ਜਾਏ। ਪਦਾਰਥ ਮਾੜਾ ਨਹੀਂ ਗਾ। The materialistic achievements are not bad thing at all. But at the same time, that is not the end game or end goal for this human life. They are just some kind of helping objects for you, for your spiritual betterment. If you are using them as actually object to attain your spiritual betterment, your spiritual actually destiny, then definitely Padarth, this material is very nice, it's good. And end of the day, ਇੱਕ ਦੋ ਇੱਕ ਚੜਨ ਦੀਆਂ ਉਹਦੇ ਘਰ ਜਿਨ੍ਹਾਂ ਲੋਕਾਂ ਜਿਨ੍ਹਾਂ ਨੇ ਜੀਵਨ ਦੇ ਅਸਲ ਸੁੱਖ ਨੂੰ ਮਾਣਿਆ ਆ ਉਹ ਚੜ੍ਹਦੇ ਤੋਂ ਚੜ੍ਹਦੇ ਨੇ। ਉਹ ਭਗਤ ਰਵਿਦਾਸ ਜੀ ਵਰਗੇ ਵੀ ਨੇ
ਤੇ ਭਗਤ ਰਾਮਾਨੰਦ ਵਰਗੇ ਵੀ ਨੇ, ਬ੍ਰਾਹਮਣੀ ਸਮਾਜ ਦੇ ਉਸ ਹਿੱਸੇ ਵਿੱਚੋਂ ਆ ਰਹੇ। ਉਹ ਭਗਤ ਪੀਪਾ ਜੀ ਵਰਗੇ ਰਾਜੇ ਵੀ ਨੇ, ਉਹ ਕਿਤੇ ਉਹ ਵੀ ਨੇ ਜਿਹੜੇ ਬਿਲਕੁਲ ਗੁਰਬਤ ਦੇ ਮਾਰੇ ਹੋਏ, ਜਿਨ੍ਹਾਂ ਨੂੰ ਕਿਹਾ ਜਾਏ ਕਿ ਜਿਨ੍ਹਾਂ ਬਾਰੇ ਅਸੀਂ ਜ਼ਿਕਰ ਕਰਦੇ ਹੈਗੇ ਆ ਕਿ ਜਿਹੜੇ ਖਾਸ ਕਰਕੇ ਜਿਵੇਂ ਭਗਤ ਰਵਿਦਾਸ ਜੀ ਦੀ ਬਾਤ ਕੀਤੀ ਹੈ, ਭਗਤ ਕਬੀਰ ਜੀ ਦੀ ਬਾਤ ਕੀਤੀ ਹੈ, ਇਹੋ ਜਿਹੇ ਲੋਕ, ਸਦਨਾ ਜੀ ਵਰਗੇ, ਸੈਨ ਜੀ ਵਰਗੇ। ਜ਼ਿਕਰ ਆਇਆ ਇੱਕ ਦੋ ਇੱਕ ਚੜਨ ਦੀਆਂ, ਕੌਣ ਜਾਣਾ ਮੇਰਾ ਨਾਉ ਜੀਓ, ਤੇ ਉਹਦੇ ਘਰ 'ਚ ਤੇ ਮੇਰਾ ਕੋਈ ਨਾਂ ਹੀ ਨਹੀਂ ਜਾਣ ਸਕਦਾ, ਕਿਉਂਕਿ ਉਹਦੇ ਘਰ ਦਾ ਮਤਲਬ ਸਾਨੂੰ ਇਹ ਮੈਟਾਫੋਰ ਹੈ ਗੁਰੂ ਬਾਬਾ ਜੀ ਦਾ ਦੱਸਿਆ ਹੋਇਆ, ਜਿਹੜੀ ਚੀਜ਼ ਸਾਨੂੰ ਸਮਝ ਆ ਜਾਏ। ਅਦਰਵਾਈਜ਼ ਕੀ ਹੁੰਦਾ ਹੈ ਕਿ ਚੀਜ਼ਾਂ ਸਮਝਣੀਆਂ ਸਮਝਾਉਣੀਆਂ ਸੁਰਤ ਵਾਸਤੇ ਸੋਸ਼ਲ ਸਟਰਕਚਰ ਵਿੱਚੋਂ ਆਉਂਦੀਆਂ ਨੇ। ਸੋਸ਼ਲ ਸਟਰਕਚਰ ਦੇ ਵਿੱਚ ਅਸੀਂ ਜੀਨੇ ਹਾਂ ਕਿਉਂਕਿ ਅਸੀਂ ਸੁਸਾਇਟੀ ਦਾ ਪਾਰਟ ਹਾਂ, ਅਤੇ ਸੁਸਾਇਟੀ ਜਿਵੇਂ ਚੀਜ਼ਾਂ ਹੁੰਦੀਆਂ ਨੇ, ਅਸੀਂ ਕੋਈ ਇੱਕ ਸਟੇਟਸ ਨੂੰ ਮਾਣਦੇ ਹਾਂ, ਕਿਸੇ ਇੱਕ ਸਟੇਟਸ ਨੂੰ ਚੰਗਾ ਸਮਝਦੇ ਹਾਂ, ਉਹਦੇ ਜ਼ਰੀਏ ਸਾਨੂੰ ਸਮਝਾਇਆ ਜਾਂਦਾ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ ਇੱਥੇ। ਫਿਰ ਕਿਆ, ਜਿੰਨੀ ਸਖੀ ਸ਼ਹੁਰਾਵਿਆ ਸੇ ਅੰਬੀ ਛਾਵੜੀ ਹੈ ਜੀਓ, ਜਿੰਨੀ ਸਖੀ ਸ਼ਹੁਰਾਵਿਆ, ਜਿਨ੍ਹਾਂ ਜੀਵਾਤਮਾਵਾਂ ਨੇ ਸ਼ੌ ਨਾਲ ਰਵਨ ਕਰ ਲਿਆ, ਜਿਨ੍ਹਾਂ ਦੀ ਸਾਂਝ ਬਣ ਗਈ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਉਸ ਪਤੀ ਪਰਮੇਸ਼ਰ ਦੇ ਨਾਲ, ਜਿੰਨੀ ਸਖੀ ਸ਼ਹੁਰਾਵਿਆ ਸੇ ਅੰਬੀ ਛਾਵੜੀਏ, ਬੜਾ ਪਿਆਰਾ ਲਫ਼ਜ਼ ਹੈ, ਅੰਬੀ ਛਾਵੜੀਏ। ਛਾਵੜੀਏ ਛਾਂ ਨੂੰ ਕਹਿੰਦੇ ਆ, ਅੰਬੀ ਅੰਬ, ਐਕਚੁਅਲੀ ਮੈਂਗੋ ਟਰੀ। ਭਾਰਤੀ ਕਨਸੈਪਟ ਦੇ ਵਿੱਚ ਜਿਹੜਾ ਅੰਬ ਦਾ ਦਰਖਤ ਆ, ਜੋ ਕਿ ਅੰਬ ਨੂੰ ਫਲਾਂ ਦਾ ਰਾਜਾ ਮੰਨਿਆ ਗਿਆ ਸਭ ਤੋਂ, ਕਿਉਂਕਿ ਰਸਦਾਰ ਹੈ, ਮਿੱਠਾ ਆ, ਅਤੇ ਫਿਰ ਅੰਬ ਦਾ ਬੂਟਾ ਬਹੁਤ ਵੱਡਾ ਹੁੰਦਾ। ਇਹਦੇ ਅਰਥ ਜਦੋਂ ਕੀਤੇ ਨੇ, ਜਿਵੇਂ ਤੁਹਾਨੂੰ ਟੀਕੇਕਾਰਾਂ ਦੇ ਨਾਂ ਲੈ ਕੇ, ਵਿਆਖਿਆਕਾਰਾਂ ਦੇ ਨਾਂ ਲੈ ਕੇ ਦੱਸਾਂ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਇਸ ਤਰ੍ਹਾਂ ਕਰਨਗੇ, ਉਹ ਕਹਿੰਦੇ ਕਿ ਚਮਾਸੇ ਦੇ ਦਿਨਾਂ 'ਚ ਇਹ ਲੱਗਦਾ ਸ਼ਬਦ ਗੁਰੂ ਸਾਹਿਬ ਨੇ ਉਚਰਿਤ ਕੀਤਾ। ਚਮਾਸਾ ਮੀਨ ਜਦੋਂ ਬਹੁਤ ਹੁਮਸ ਤੇ ਗਰਮੀ ਹੁੰਦੀ ਹੈ, ਅਤੇ ਉਹਦੇ ਵਿੱਚ ਜਿਹੜੇ ਅੰਬ ਵੱਡਾ, ਕਿਉਂਕਿ ਇਹ ਅੰਬਾਂ ਦਾ ਇਲਾਕਾ, ਕਹਿੰਦੇ ਵੀ ਗੁਰਦਾਸਪੁਰ ਇਲਾਕਾ ਬਿਲਕੁਲ ਨਾਲ ਪੈਂਦਾ ਹੈਗਾ ਲਾਹੌਰ ਦੇ ਮੰਡੀ ਝੂਟਕਾਣੇ ਵਾਲੀ ਸਾਈਡ ਤੋਂ, ਅਤੇ ਉੱਥੇ ਵੱਡੇ ਵੱਡੇ ਅੰਬਾਂ ਦੇ ਦਰਖਤ ਨੇ, ਅਤੇ ਅੰਬਾਂ ਦੀਆਂ ਛਾਵਾਂ ਥੱਲੇ ਬੈਠ ਕੇ ਲੋਕਾਂ ਵਾਸਤੇ ਜਿਹੜਾ ਚਮਾਸਾ ਕੱਢਣਾ, ਜਿਹੜਾ ਦੁਪਹਿਰ ਕੱਟਣੀ ਬੜੀ ਵਧੀਆ ਲੱਗਦੀ ਹੈ। ਇੱਕ ਤਾਂ ਉੱਥੇ ਛਾਂ ਬੜੀ ਹੁੰਦੀ ਹੈ, ਦੂਸਰੇ ਨੰਬਰ 'ਤੇ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਅੰਬਾਂ ਦੇ ਫਲ ਲੱਗਦੇ, ਅਤੇ ਅੰਬ ਉੱਤੋਂ ਟੁਪਕਦੇ ਡਿੱਗਦੇ ਥੱਲੇ, ਅਤੇ ਉਹ ਫਿਰ ਖਾਣ ਨੂੰ ਬੜੇ ਮਿੱਠੇ ਲੱਗਦੇ, ਬੜੇ ਸਵਾਦੀ ਲੱਗਦੇ। ਸੋ ਅੰਬ ਦੀ ਛਾਂ ਅਤੇ ਅੰਬ ਦਾ ਵਿਹੜੇ 'ਚ ਹੋਣਾ ਇੱਕ ਬੜਾ ਵਧੀਆ ਸਿੰਬਲ ਹੈ ਕਿ ਇਹਦੇ ਨਾਲ ਗਰਮੀ ਦਾ ਮੌਸਮ ਬੜਾ ਵਧੀਆ ਨਿਕਲ ਸਕਦਾ। ਇਹੋ ਜਿਹੀ ਗੱਲ ਕੀਤੀ ਉਹਨਾਂ ਨੇ। ਜੇ ਅਸੀਂ ਕੁਝ ਵਿਆਖਿਆਕਾਰਾਂ ਨੂੰ ਹੋਰ ਦੇਖਦੇ ਹਾਂ, ਜਿਵੇਂ ਸਾਡੇ ਘਰ 'ਚ ਬੜੇ ਸਕਾਲਰ ਬੰਦੇ ਹੋਏ ਨੇ, ਗਿਆਨੀ ਮਾਨ ਸਿੰਘ ਚੌਰ, when he actually tried to explain this Shabad, and he used totally different kind of part of this metaphor. ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਜਿਹੜਾ ਅੰਬ ਆ, ਇਹਦੀਆਂ ਕਈ ਖੂਬੀਆਂ ਨੇ। ਨੰਬਰ 1 ਦੀ ਛਾਂ ਬੜੀ ਹੁੰਦੀ ਗਹਿਰੀ। ਅੰਬ ਜਿੰਨੀ ਮਰਜ਼ੀ ਗਰਮੀ ਪੈ ਜਾਏ ਸੁੱਕਦਾ ਨਹੀਂਗਾ। ਐਕਚੁਅਲੀ ਇਹ ਜਿਹੜਾ ਆ, ਇਹਦੇ ਪੱਤੇ ਇਸ ਤਰੀਕੇ ਦੇ ਕੁਦਰਤ ਨੇ ਬਣਾਏ ਨੇ, ਗ੍ਰੀਨ ਰਹਿੰਦੇ ਨੇ, ਬਲਕਿ ਠੰਡ 'ਚ ਇਹਨੂੰ ਥੋੜ੍ਹੀ ਪ੍ਰੋਬਲਮ ਹੁੰਦੀ ਹੈ। ਗਰਮੀ 'ਚ ਤੇ ਬੜਾ ਇਹ ਵਧੀਆ ਤੋਂ ਵਧੀਆ ਪ੍ਰਫੁੱਲਤ ਹੁੰਦਾ ਉਸ ਤਰੀਕੇ, ਜਦੋਂ ਇੱਕ ਵਿਸ਼ਾਲ ਕਾਇ ਹੋ ਜਾਂਦਾ। ਦੂਜਾ ਜੜ੍ਹਾਂ ਇਹਦੀਆਂ ਬਹੁਤ ਡੂੰਘੀਆਂ ਤੁਰ ਜਾਂਦੀਆਂ ਨੇ, ਛੇਤੀ ਕਰਕੇ ਗਰਮੀ ਦਾ ਅਸਰ ਨਹੀਂ ਕਬੂਲਦਾ। ਫਿਰ ਇਹਦੀ ਛਾਂ ਬਹੁਤ ਸੰਘਣੀ ਹੁੰਦੀ ਹੈ। ਜਿਹੜੀ ਅਗਲੀ ਗੱਲ ਹੈ ਕਿ ਜਿਹੜਾ ਅੰਬ ਦਾ ਫਲ ਆ, ਤੁਸੀਂ ਦੇਖੋਗੇ ਕਿ ਸਪੋਜ਼ ਮਿਸਾਲ, ਇਸ ਐਗਜ਼ਾਮਪਲ ਇਸ ਤਰ੍ਹਾਂ ਕਰਦੇ ਕਿ ਸਪੋਜ਼ ਤੁਸੀਂ ਕੋਈ ਚੀਜ਼ ਖਾ ਰਹੇ ਹੋ, ਬੜੀ ਵਧੀਆ ਤੁਹਾਡੀ ਸਾਫ਼ ਸੁਥਰੀ ਥਾਲੀ ਹੈ, ਸਾਫ਼ ਸੁਥਰਾ ਤੁਹਾਡੇ ਕੋਲ ਚਮਚ ਹੈ, ਸਪੂਨ ਆ, and something you put in your mouth, somehow ਕੋਈ ਤੁਹਾਨੂੰ ਕਹੇ ਵੀ ਓਕੇ, can you actually take out your bite what you have taken earlier, ਜਿਹੜੀ ਬਾਈਟ ਤੁਸੀਂ ਲਈ ਹੈ ਉਹਨੂੰ ਵਾਪਸ ਕਰੋਗੇ, ਉਹਨੂੰ ਤੁਸੀਂ ਜਿਹੜਾ ਥਰੋ ਆਊਟ ਕਰ ਦਿਓ, ਬਾਹਰ ਕੱਢ ਦਿਓ ਇਸ ਤਰੀਕੇ ਦੇ ਨਾਲ। ਫਿਰ ਕਹੋ ਓਕੇ ਹੁਣ ਵਾਪਸ ਮੂੰਹ 'ਚ ਪਾ ਲਾ, ਬੰਦਾ ਕਹੇਗਾ ਨੋ ਵੇ, ਹਾਊ ਕਮ, because I cannot. That's actually, this is kind of you can say it's yucky. I don't like it. ਸਾਨੂੰ ਐਵੇਂ ਲੱਗੇਗਾ ਇਸ ਤਰੀਕੇ ਨਾਲ। ਕਹਿੰਦੇ ਮੂੰਹ 'ਚ ਆਪਣੇ 'ਚ ਪਾਈ ਹੋਈ ਚੀਜ਼ ਜਿਹੜੀ ਹੈ ਉਹ ਆਪ ਕੱਢ ਕੇ ਬਾਹਰ ਰੱਖ ਦਿਓ, ਤੇ ਦੁਬਾਰਾ ਮੂੰਹ 'ਚ ਪਾਉਣ ਨੂੰ ਜੀ ਨਹੀਂ ਕਰੇਗਾ। ਨੋ ਵੇ, ਯਕੀ ਲੱਗੇਗੀ। ਪਰ ਕਦੇ ਤੁਸੀਂ ਅੰਬ ਦੇਖੋ, ਇੱਥੇ ਤਾਂ ਲੋਕੀ ਅੰਬ ਖਾਂਦੇ ਨੇ, ਇੰਡੀਆ ਅੰਬ ਚੂਪਦੇ ਸੀਗੇ ਲੋਕੀ। ਅੰਬ ਇੱਕ ਐਸੀ ਚੀਜ਼ ਹੈ,
ਉਹਨੂੰ ਬੰਦਾ ਵਾਰ-ਵਾਰ ਮੂੰਹ 'ਚ ਪਾਉਂਦਾ ਹੈ, ਵਾਰ-ਵਾਰ, ਐਂਡ ਨੈਵਰ ਐਵਰ ਹੈਵ ਐਨੀ ਯਕੀ ਕਾइंड ऑफ फीलिंग, नो वे। ਉਹ ਕਹਿੰਦੇ ਦਿਸ, ਸੋਚੋ ਇਸ ਗੱਲ ਨੂੰ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਵੇਂ ਇੱਕ ਤੋਂ ਦੂਜੀ ਵਾਰ ਉਸ ਚੀਜ਼ ਨੂੰ ਦੁਹਰਾਓਗੇ ਉਹ ਚੀਜ਼ ਚੰਗੀ ਨਹੀਂ ਲੱਗੇਗੀ। ਜਿਵੇਂ ਕੋਈ ਗੱਲ ਆ, ਇੱਕ ਵਾਰੀ ਕੀਤੀ ਚੰਗੀ ਲੱਗੀ, ਦੂਜੀ ਵਾਰੀ ਇੱਕ ਸ਼ਾਇਦ ਤੁਸੀਂ ਕਦੇ, ਵੈਸੇ ਮੇਰੇ ਖਿਆਲ ਡੇਲ ਕਾਰਨੇਗੀ ਨੇ ਇਹਨੂੰ ਇੱਕ ਵਾਰੀ ਕੋਟ ਕੀਤਾ ਸੀਗਾ, ਚਾਰਲੀ ਚੈਪਲਿਨ ਨਹੀਂ ਸੀ ਕਰੈਕਟਰ ਹੁੰਦੇ ਦੋ, ਐਕਚੁਅਲੀ ਜਿਹੜੀਆਂ ਉਹ ਨੋਨ ਵੋਕਲ ਮੂਵੀਜ਼ ਹੁੰਦੀਆਂ ਸੀਗੀਆਂ ਬਿਨਾਂ ਬੋਲਣ ਤੋਂ, ਇਸ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ ਚਾਰਲੀ ਚੈਪਲਿਨ ਜੋ ਐਕਟਰ ਸੀਗਾ ਅਤੇ ਉਹ ਕੰਮ ਕਰਦੇ ਸੀਗੇ, ਅਤੇ ਉਹ ਵੈਸੇ ਸਟੇਜ ਸ਼ੋਅ ਵੀ ਕਰਦੇ ਸੀ, ਅਤੇ ਉਹ ਜੋਕੀ ਸੀਗੇ, ਜੋਕਰ, ਇੱਕ ਕਲਾਊਨ ਦੀ ਤਰ੍ਹਾਂ ਕੰਮ ਕਰਦੇ ਸੀ, ਲੋਕਾਂ ਨੂੰ ਹਸਾਉਂਦੇ ਸੀਗੇ। ਇੱਕ ਵਾਰੀ ਕੀ ਹੋਇਆ ਕਿ ਉਹਨੇ ਇੱਕ ਸਟੇਜ 'ਤੇ ਖੜ੍ਹੇ ਹੋ ਕੇ ਅਤੇ ਇੱਕ ਜੋਕ ਸੁਣਾਇਆ, ਲੋਕੀ ਬੜਾ ਹੱਸੇ, ਵਾਹ 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 ਬਹੁਤ ਅੱਛੇ। ਉਹਨੇ ਥੋੜ੍ਹੀ ਦੇਰ ਬਾਅਦ ਸੈਕਿੰਡ ਟਾਈਮ ਫਿਰ ਉਹ ਜੋਕ ਰਿਪੀਟ ਕਰਤਾ, ਥੋੜ੍ਹਾ ਜਿਹਾ ਲੋਕ ਹੱਸੇ, ਤੀਜੀ ਵਾਰੀ ਫਿਰ ਰਿਪੀਟ ਕਰਤਾ, ਬਿਲਕੁਲ ਕੋਈ ਇੱਕ ਦੋ ਨੂੰ ਛੱਡ ਕੇ ਕੋਈ ਨਹੀਂ ਹੱਸਿਆ, ਚੌਥੀ ਵਾਰੀ ਫਿਰ ਰਿਪੀਟ ਕੀਤਾ, ਹੁਣ ਕੋਈ ਵੀ ਨਹੀਂ ਹੱਸਿਆ, ਪੰਜਵੀਂ ਵਾਰ ਫਿਰ ਰਿਪੀਟ ਕੀਤਾ, ਲੋਕੀ ਬੋਰ ਹੋ ਗਏ, ਮਾਈ ਗॉश ਸੇਮ ਜੋਕ, ਓਲਡ ਜੋਕ ਹੀ ਇਜ਼ ਰਿਪੀਟਿੰਗ, ਆਈ ਡੋਂਟ ਲਾਈਕ ਇਟ। ਉਹਨੇ ਹੱਸ ਕੇ ਕਿਹਾ, ਕਹਿੰਦਾ ਯੂ ਨੋ I'm not that kind of silly person who cannot understand your state of mind. I'm a stage person. I know what you're expecting and what kind of actually thoughts are going on in your minds. But let me tell you, ਜੇ ਇੱਕ ਜੋਕ ਤੇ ਵਾਰ-ਵਾਰ ਹੱਸਿਆ ਨਹੀਂ ਜਾ ਸਕਦਾ, ਇੱਕੋ ਦੁੱਖ ਤੇ ਵਾਰ-ਵਾਰ ਰੋਂਦੇ ਕਿਉਂ? Why you guys are crying on the same grief again and again? Same old story. ਐਕਚੁਅਲ ਲੈਵਲ ਬੜਾ ਉਹਨੇ ਮੋਟੀਵੇਸ਼ਨਲ ਬਾਤ ਕੀਤੀ ਉਸ ਤਰੀਕੇ ਨਾਲ, ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਆ, ਕੋਈ ਚੀਜ਼ ਆ ਇੱਕ ਤੋਂ ਦੂਜੀ ਵਾਰੀ ਦੁਹਰਾਈ ਜਾਏ ਉਹਦਾ ਟੇਸਟ ਖਤਮ ਹੋ ਜਾਂਦਾ। ਉਹ ਕਹਿੰਦੇ ਲੋਕੀ ਨੋ ਆਈ ਡੋਂਟ ਲਾਈਕ ਇਟ। ਅੰਬ ਦਾ ਫਲ ਐਸਾ ਆ ਜਿਹੜਾ ਲੋਕੀ ਚੂਸੀ ਜਾਂਦੇ ਵਾਰ-ਵਾਰ ਉਸ ਤਰੀਕੇ, ਗਿਟਕਾਂ ਤੱਕ ਚੂਸਦੇ ਕਿੰਨੀ ਦੇਰ। ਵਾਟ ਇਜ਼ ਦਿਸ? ਸਰਦਾਰ ਮਾਨ ਸਿੰਘ ਚੌਰ ਗੱਲ ਕਹਿੰਦੇ ਜਿਹੜਾ ਰੱਬ ਦਾ ਨਾਂ ਹੈ ਅੰਬ ਦੇ ਫਲ ਵਰਗਾ ਆ। ਹੋਰ ਕੋਈ ਵੀ ਚੀਜ਼ ਆ ਇੱਕ ਤੋਂ ਦੂਜੀ ਵਾਰੀ ਦੁਹਰਾਓਗੇ ਉਹਦਾ ਟੇਸਟ ਖਤਮ ਹੋ ਜਾਏਗਾ। ਇੱਕੋ ਚੀਜ਼ ਦਾ ਟੇਸਟ ਨਹੀਂ ਖਤਮ ਹੁੰਦਾ, ਰੱਬ ਦਾ ਨਾਮ। ਦੈਟਸ ਵਾਈ ਗੁਰੂ ਨਾਨਕ ਸਾਹਿਬ ਗਿਵਿੰਗ ਦਿਸ ਐਗਜ਼ਾਮਪਲ, ਜਿੰਨੀ ਸਖੀ ਸ਼ੌਰਾਬਿਆ ਸੇ ਅੰਬੀ ਛਾਵੜੀ ਹੈ ਜੀਓ। People who have made some kind of association with the Akal Purkh Vaheguru, they are enjoying actually the shadow of mango tree, because they're not only enjoying the shadow, they're enjoying the fruit of mango tree. And that fruit, which is again and again, if you're repeating same thing, ਵਾਹਿਗੁਰੂ ਕਰੀ ਜਾਣਾ, ਕਹਿੰਦੇ ਇਹੀ ਰਸ ਦਿੰਦਾ ਬੰਦੇ ਨੂੰ, ਜਿਹਨੂੰ ਪਤਾ ਆ, ਜਿਹਨੂੰ ਅਹਿਸਾਸ ਆ, ਜਿਵੇਂ ਉਹ ਅੰਬ ਦਾ ਫਲ ਆ, ਵਾਰ-ਵਾਰ ਤੁਸੀਂ ਉਹਨੂੰ ਚੂਸ ਰਹੇ ਹੋ ਇਸ ਤਰੀਕੇ ਦੇ ਨਾਲ। ਇਹ ਗੁਰੂ ਬਾਬਾ ਜੀ ਬਿਆਨ ਕਰਦੇ ਅੱਗੇ ਨੈਕਸਟ ਮੈਟਾਫੋਰ, ਜਿਸ ਤੋਂ ਅਗਲੀ ਬਾਤ, ਐਂਡ ਸੋ ਨਾਈਸ ਐਕਚੁਅਲੀ, ਵੈਲ ਸੈਡ ਐਂਡ ਵੈਲ ਐਕਚੁਅਲੀ ਰਿਟਨ ਦੀਸ ਸ਼ਬਦਸ ਆਰ ਇਨ ਅਕੋਰਡਿੰਗ ਟੂ, ਜੇ ਅਸੀਂ ਮੈਟਾਫੋਰਿਕ ਵੇ ਨਾਲ ਵੇਖੀਏ ਤੇ, ਜਿਨ੍ਹਾਂ ਦੀ ਬਾਤ ਆਉਂਦੇ ਸਮੇਂ 'ਚ ਕੰਟੀਨਿਊ ਕਰਾਂਗੇ। ਅੱਜ ਵਾਸਤੇ ਇੱਥੇ ਸਮਾਂ ਸਮਾਪਤ ਹੈ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ, ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।